ਪਿਆਰੇ ਬੱਚਿਓ, ਅੱਜ ਅਸੀਂ ਪੰਜਾਬੀ ਦੂਜੀ ਭਾਸ਼ਾ ਜਮਾਤ 6ਵੀਂ ਦਾ 8ਵਾਂ ਪਾਠ ਚਿੜੀ ਦਾ ਬੋਟ ਕਰਨ ਜਾ ਰਹੇ ਹਾਂ। ਇੱਥੇ ਬੋਟ ਤੋਂ ਭਾਵ ਕਿਸ਼ਤੀ ਤੋਂ ਨਹੀਂ, ਜੋ ਕਿ ਆਪਾਂ ਆਮ ਤੌਰ 'ਤੇ ਸੁਣਦੇ ਹਾਂ ਅੰਗਰੇਜ਼ੀ ਦਾ ਸ਼ਬਦ ਬੋਟ, ਜਿਸ ਤੋਂ ਭਾਵ ਕਿਸ਼ਤੀ ਲਿਆ ਜਾਂਦਾ ਹੈ, ਬਲਕਿ ਇਸ ਵਿੱਚ ਬੋਟ ਤੋਂ ਭਾਵ ਚਿੜੀ ਦੇ ਬੱਚੇ ਤੋਂ ਲਿਆ ਗਿਆ ਹੈ। ਚਿੜੀ ਦਾ ਬੋਟ ਇੱਕ ਕਹਾਣੀ ਹੈ ਜਿਸ ਨੂੰ ਡਾਕਟਰ ਰਾਜਿੰਦਰ ਸਿੰਘ ਹੋਰਾਂ ਨੇ ਲਿਖਿਆ ਹੈ। ਇਹ ਕਹਾਣੀ ਕੋਈ ਅਜੋਕੇ ਸਮੇਂ ਦੀ ਨਹੀਂ, ਬਲਕਿ ਬਹੁਤ ਪਹਿਲਾਂ ਲਿਖੀ ਗਈ ਹੈ। ਇਸ ਕਰਕੇ ਇਸ ਵਿੱਚ ਕੀਤੇ ਵਰਣਨ ਨੂੰ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ। ਕਹਾਣੀਕਾਰ ਨੇ ਜਿਸ ਤਰ੍ਹਾਂ ਕਹਾਣੀ ਨੂੰ ਪੇਸ਼ ਕੀਤਾ ਹੈ, ਆਪਾਂ ਉਸੇ ਤਰ੍ਹਾਂ ਉਸ ਨੂੰ ਇੰਨ ਬਿੰਨ ਪੜ੍ਹ ਕੇ ਤੇ ਨਾਲ ਸਮਝਣ ਦਾ ਯਤਨ ਕਰਾਂਗੇ। ਸੋ ਆਓ ਦੇਖਦੇ ਹਾਂ ਕਹਾਣੀਕਾਰ ਕਹਾਣੀ ਵਿੱਚ ਕੀ ਕਹਿੰਦੇ ਹਨ। ਲੇਖਕ ਲਿਖਦਾ ਹੈ ਕਿ ਇਹ ਉਦੋਂ ਦੀ ਗੱਲ ਹੈ ਜਦੋਂ ਮੈਂ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ। ਜਮਾਤ ਮੀਨਸ ਕਲਾਸ। ਸਾਡੀ ਜਮਾਤ ਦੇ ਕਮਰੇ ਵਿੱਚ ਕੁਝ ਕੁ ਪੁਰਾਣੀਆਂ ਤਸਵੀਰਾਂ ਫਰੇਮ ਕਰਕੇ ਟੰਗੀਆਂ ਹੋਈਆਂ ਸਨ। ਉਹਨਾਂ ਫੋਟੋਆਂ ਦੇ ਪਿਛਲੇ ਪਾਸੇ ਅਕਸਰ ਚਿੜੀਆਂ ਆਪਣੇ ਆਲ੍ਹਣੇ ਬਣਾਉਂਦੀਆਂ ਰਹਿੰਦੀਆਂ। ਕਦੇ ਵੀ ਕਿਸੇ ਨੇ ਚਿੜੀਆਂ ਨੂੰ ਉੱਥੇ ਆਲ੍ਹਣਾ ਪਾਉਣ ਤੋਂ ਰੋਕਿਆ ਨਹੀਂ ਸੀ। ਇੱਕ ਦਿਨ ਅੱਧੀ ਛੁੱਟੀ ਵੇਲੇ ਪ੍ਰਕਾਸ਼, ਮਣੀਆਂ ਤੇ ਮੈਂ ਮਿਲ ਕੇ ਖਾਣਾ ਖਾ ਰਹੇ ਸਾਂ ਕਿ ਅਚਾਨਕ ਚਿੜੀਆਂ ਦੀ ਚੀਂ-ਚੀਂ ਦੇ ਸ਼ੋਰ ਨੇ ਸਾਡਾ ਧਿਆਨ ਆਪਣੇ ਵੱਲ ਖਿੱਚ ਲਿਆ। ਅਸੀਂ ਦੇਖਿਆ ਕਿ ਆਲ੍ਹਣੇ ਵਿੱਚੋਂ ਇੱਕ ਬੋਟ ਡਿੱਗ ਜਾਣ ਕਾਰਨ ਚਿੜੀਆਂ ਸ਼ੋਰ ਮਚਾ ਰਹੀਆਂ ਸਨ। ਸਾਨੂੰ ਸਾਰਿਆਂ ਨੂੰ ਖਾਣਾ ਭੁੱਲ ਗਿਆ ਅਤੇ ਅਸੀਂ ਬੋਟ ਨੂੰ ਆਲ੍ਹਣੇ ਵਿੱਚ ਰੱਖਣ ਦੀ ਤਰਕੀਬ ਸੋਚਣ ਲੱਗੇ। ਸੋ ਇਸ ਕੰਮ ਲਈ ਮਾਸਟਰ ਜੀ ਦਾ ਮੇਜ਼ ਵਰਤਣ ਦਾ ਫੈਸਲਾ ਹੋਇਆ। ਮੇਜ਼ ਬਹੁਤ ਭਾਰਾ ਸੀ। ਅਸੀਂ ਬੜੀ ਮੁਸ਼ਕਲ ਨਾਲ ਮੇਜ਼ ਚੁੱਕਿਆ ਤੇ ਆਲ੍ਹਣੇ ਵਾਲੀ ਤਸਵੀਰ ਦੇ ਹੇਠਾਂ ਲਿਆ ਰੱਖਿਆ। ਮੇਜ਼ ਤੇ ਚੜ੍ਹ ਕੇ ਵੀ ਸਾਡੇ ਵਿੱਚੋਂ ਕਿਸੇ ਦਾ ਹੱਥ ਆਲ੍ਹਣੇ ਤੱਕ ਨਹੀਂ ਸੀ ਪਹੁੰਚਦਾ। ਫਿਰ ਅਸੀਂ ਇੱਕ ਨਵੀਂ ਤਰਕੀਬ ਬਣਾਈ। ਪ੍ਰਕਾਸ਼ ਸਾਡੇ ਸਭਨਾਂ ਵਿੱਚੋਂ ਤਗੜਾ ਸੀ। ਉਹ ਘੋੜੀ ਬਣਿਆ। ਮਣੀਆਂ ਉਸ ਦੇ ਉੱਪਰ ਬੈਠਾ ਤੇ ਬੋਟ ਨੂੰ ਹੱਥ ਵਿੱਚ ਲੈ ਕੇ ਮੈਂ ਮਣੀਏ ਦੇ ਮੋਢਿਆਂ ਤੇ ਚੜ੍ਹਿਆ। ਇਸ ਤਰ੍ਹਾਂ ਬੋਟ ਨੂੰ ਉਸ ਦੇ ਆਲ੍ਹਣੇ ਵਿੱਚ ਪਹੁੰਚਾਇਆ। ਜਿਉਂ ਹੀ ਮੈਂ ਬੋਟ ਨੂੰ ਚੁੱਕਿਆ, ਚਿੜੀਆਂ ਨੇ ਬਹੁਤ ਸ਼ੋਰ ਮਚਾਇਆ। ਉਹ ਬੜੀ ਤੇਜ਼ੀ ਨਾਲ ਇੱਧਰ ਉੱਧਰ ਉੱਡੀਆਂ। ਜਦੋਂ ਬੋਟ ਆਲ੍ਹਣੇ ਵਿੱਚ ਪਹੁੰਚ ਗਿਆ ਤੇ ਅਸੀਂ ਹੇਠਾਂ ਉਤਰ ਆਏ ਤਾਂ ਉਹਨਾਂ ਦੀ ਜਾਨ ਵਿੱਚ ਜਾਨ ਆਈ। ਕਿਹਨਾਂ ਦੀ ਜਾਨ ਵਿੱਚ ਜਾਨ ਆਈ? ਚਿੜੀਆਂ ਦੀ। ਹੁਣ ਅਸੀਂ ਆਪਣੀ ਰੋਟੀ ਵੱਲ ਭੱਜੇ। ਜਿੰਨਾ ਚਿਰ ਅਸੀਂ ਰੋਟੀ ਖਾਂਦੇ ਰਹੇ, ਉਨਾ ਚਿਰ ਚਿੜੀਆਂ ਚੁੱਪਚਾਪ ਦਰਵਾਜ਼ੇ ਤੇ ਬੈਠੀਆਂ ਸਾਡੇ ਵੱਲ ਇੰਝ ਦੇਖਦੀਆਂ ਰਹੀਆਂ ਜਿਵੇਂ ਸਾਡਾ ਧੰਨਵਾਦ ਕਰ ਰਹੀਆਂ ਹੋਣ। ਸਾਨੂੰ ਸਭ ਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਕੋਈ ਚੰਗਾ ਕੰਮ ਕੀਤਾ ਹੈ। ਮੇਜ਼ ਵਾਪਸ ਆਪਣੀ ਥਾਂ ਤੇ ਰੱਖਦੇ ਹੋਏ ਸਾਡੇ ਕੋਲੋਂ ਮਾਸਟਰ ਜੀ ਦੀ ਮੇਜ਼ ਤੇ ਪਈ ਸਿਆਹੀ ਦੀ ਦਵਾਤ ਡਿੱਗ ਕੇ ਟੁੱਟ ਗਈ। ਬਸ ਫੇਰ ਕੀ ਸੀ, ਸਾਡੇ ਤੇ ਸਾਹ ਸੁੱਕ ਗਏ। ਸਾਡੀ ਸਾਰੀ ਖੁਸ਼ੀ ਖਤਮ ਹੋ ਗਈ ਤੇ ਲੱਗੇ ਅਸੀਂ ਇੱਕ ਦੂਜੇ ਨੂੰ ਦੋਸ਼ ਦੇਣ। ਅੱਧੀ ਛੁੱਟੀ ਖਤਮ ਹੋਈ। ਮਾਸਟਰ ਜੀ ਦੇ ਆਉਂਦਿਆਂ ਹੀ ਮਨੀਟਰ ਨੇ ਸਾਡੀ ਸ਼ਿਕਾਇਤ ਲਾ ਦਿੱਤੀ ਕਿ ਅੱਧੀ ਛੁੱਟੀ ਵੇਲੇ ਇਹਨਾਂ ਤਿੰਨਾਂ ਦੇ ਕਮਰੇ ਵਿੱਚ ਰਹਿਣ ਦੀ ਵਾਰੀ ਸੀ ਤੇ ਇਹਨਾਂ ਨੇ ਤੁਹਾਡੀ ਦਵਾਤ ਤੋੜ ਦਿੱਤੀ ਹੈ। ਸਾਨੂੰ ਦੂਰੋਂ ਹੀ ਖੜੇ ਹੋਣ ਲਈ ਕਹਿੰਦੇ ਹੋਏ ਮਾਸਟਰ ਜੀ ਸਾਡੇ ਕੋਲ ਆਏ ਤੇ ਬਿਨਾਂ ਕੁਝ ਪੁੱਛਿਆ ਹੀ 2-2 ਥੱਪੜ ਟਿਕਾ ਦਿੱਤੇ ਤੇ ਫਿਰ ਪੁੱਛਿਆ ਕਿ ਦਵਾਤ ਕਿਵੇਂ ਟੁੱਟੀ। ਹਿੰਮਤ ਕਰਕੇ ਡੁਸਕਦੇ ਮੈਂ ਦੱਸਿਆ ਕਿ ਚਿੜੀ ਦੇ ਬੋਟ ਨੂੰ ਆਲ੍ਹਣੇ ਵਿੱਚ ਰੱਖਣ ਲਈ ਅਸੀਂ ਮੇਜ਼ ਚੁੱਕਿਆ ਸੀ। ਫਿਰ ਕੀ ਸੀ? ਮੇਰੀ ਗੱਲ ਸੁਣ ਕੇ ਮਾਸਟਰ ਜੀ ਨੇ 2 ਥੱਪੜ ਮਨੀਟਰ ਦੇ ਜੜ ਦਿੱਤੇ ਅਤੇ ਨਾਲ ਹੀ ਮੁਰਗਾ ਬਣਨ ਲਈ ਕਿਹਾ। ਮਾਸਟਰ ਜੀ ਨੂੰ ਗੁੱਸਾ ਸੀ ਕਿ ਮਨੀਟਰ ਨੇ ਉਹਨਾਂ ਨੂੰ ਪੂਰੀ ਗੱਲ ਕਿਉਂ ਨਹੀਂ ਦੱਸੀ। ਮਾਸਟਰ ਜੀ ਨੇ ਸਾਨੂੰ ਸ਼ਾਬਾਸ਼ੀ, ਪਿਆਰ ਵੀ ਕੀਤਾ ਤੇ ਸੌਰੀ ਵੀ ਕਿਹਾ, ਪਰ ਸ਼ਾਇਦ ਉਦੋਂ ਸਾਨੂੰ ਸੌਰੀ ਲਫ਼ਜ਼ ਦਾ ਮਤਲਬ ਨਹੀਂ ਸੀ ਪਤਾ। ਸੋ ਬੱਚਿਓ, ਇਹ ਇੰਨੀ ਕੁ ਤੁਹਾਡੀ ਸੀ ਕਹਾਣੀ ਚਿੜੀ ਦਾ ਬੋਟ, ਜਿਹਦੇ ਵਿੱਚ ਲੇਖਕ ਆਪਣੇ ਬਚਪਨ ਦੀ ਘਟਨਾ
ਨੂੰ ਬਿਆਨ ਕਰਦਾ ਹੋਇਆ ਦੱਸਦਾ ਹੈ ਕਿ ਕਿਵੇਂ ਉਹ ਛੋਟੇ ਹੁੰਦਿਆਂ ਜਦੋਂ ਸਕੂਲ ਦੇ ਵਿੱਚ ਪੜ੍ਹਦਾ ਸੀ ਤਾਂ ਉਸ ਵੇਲੇ ਜਿਵੇਂ ਕਿ ਅੱਧੀ ਛੁੱਟੀ ਹੁੰਦੀ ਹੈ ਤਾਂ ਉਸ ਵੇਲੇ ਉਹ ਤੇ ਉਹਦੇ ਦੋ ਹੋਰ ਦੋਸਤ, ਉਹਨਾਂ ਦੇ ਨਾਂ ਕੀ ਕੀ ਸੀ, ਯਾਦ ਹੈ ਕਿਸੇ ਨੂੰ? ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਸੋਚੋ ਸੋਚੋ, ਦੇਖੋ ਲੱਭਣੇ ਹੈ ਤੁਸੀਂ ਇਹ। ਹਾਂ ਬਿਲਕੁਲ ਸਹੀ, ਪ੍ਰਕਾਸ਼, ਮਣੀਆਂ ਤੇ ਲੇਖਕ। ਲੇਖਕ ਕਹਾਣੀ ਸੁਣਾ ਰਿਹਾ ਹੈ, ਇਸ ਕਰਕੇ ਉਹਨੇ ਆਪਣਾ ਨਾਮ ਨਹੀਂ ਦੱਸਿਆ ਅਤੇ ਆਪਣੇ ਆਪ ਨੂੰ ਮੈਂ ਕਹਿ ਕੇ ਸੰਬੋਧਿਤ ਕੀਤਾ ਹੈ। ਬੜੀ ਛੋਟੀ ਜਿਹੀ ਘਟਨਾ ਹੈ, ਬਿਰਤਾਂਤ ਹੈ। ਦੇਖੋ ਕਿ ਉਹਨਾਂ ਦੇ ਕਲਾਸਰੂਮ ਦੇ ਵਿੱਚ ਇੱਕ ਫੋਟੋ ਲੱਗੀ ਹੋਈ ਸੀ, ਫਰੇਮ ਕਰਕੇ ਜੜੀ ਹੋਈ ਸੀ। ਉਹਦੀ ਬੈਕ ਸਾਈਡ 'ਤੇ ਕੀ ਸੀ, ਚਿੜੀਆਂ ਨੇ ਛੋਟਾ ਜਿਹਾ ਆਪਣਾ ਇੱਕ ਆਲ੍ਹਣਾ ਬਣਾ ਰੱਖਿਆ ਸੀ, ਪਰ ਕੋਈ ਵੀ ਉਸ ਆਲ੍ਹਣੇ ਨੂੰ ਮਤਲਬ ਕੋਈ ਤੋੜਦਾ ਜਾਂ ਹਿਲਾਉਂਦਾ ਨਹੀਂ ਸੀ ਉੱਥੋਂ। ਉਹ ਕਹਿੰਦੇ ਸੀ ਕਿ ਠੀਕ ਹੈ, ਚਿੜੀਆਂ ਰਹਿ ਰਹੀਆਂ, ਅਸੀਂ ਨੇਚਰ ਦੇ ਨਾਲ ਛੇੜਛਾੜ ਨਹੀਂ ਕਰਨੀ, ਵੀ ਉਹਨਾਂ ਨੂੰ ਵੀ ਜੀਣ ਦਾ ਪੂਰਾ ਹੱਕ ਹੈ। ਤੋ ਕੋਈ ਉਹਨਾਂ ਨੂੰ ਕੁਛ ਨਹੀਂ ਸੀ ਕਹਿੰਦਾ। ਬਟ ਇੱਕ ਦਿਨ ਕੀ ਹੋਇਆ, ਜਦੋਂ ਖਾਣਾ ਖਾ ਰਹੇ ਸੀ ਤਿੰਨੇ ਦੋਸਤ, ਤਾਂ ਉੱਥੋਂ ਚਿੜੀ ਦਾ ਬੋਟ ਕੀ ਹੁੰਦਾ, ਬੋਟ ਹੁੰਦਾ ਛੋਟਾ ਜਿਹਾ ਬੱਚਾ, ਨਵ ਜੰਮਿਆ ਬਿਲਕੁਲ ਛੋਟਾ ਜਿਹਾ ਬੱਚਾ, ਜਿਵੇਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ। ਅਤੇ ਉਹ ਜਦੋਂ ਥੱਲੇ ਡਿੱਗ ਪਿਆ ਤਾਂ ਚਿੜੀਆਂ ਉਹਨੂੰ ਚੁੱਕ ਤਾਂ ਸਕਦੀਆਂ ਨਹੀਂ ਸੀ, ਇਸ ਕਰਕੇ ਉਹ ਬਹੁਤ ਪਰੇਸ਼ਾਨ ਹੋ ਗਈਆਂ। ਉਹ ਚੀਂ ਚੀਂ ਕਰਨ ਲੱਗੀਆਂ ਕਿ ਹੁਣ ਕੀ ਕਰੀਏ, ਕਿਵੇਂ ਚੱਕੀਏ ਉਹਨੂੰ। ਤਾਂ ਉਹਨਾਂ ਲੇਖਕਾਂ ਦਾ ਧਿਆਨ ਉਹਦੇ ਵੱਲ ਗਿਆ ਅਤੇ ਉਹਨਾਂ ਨੇ ਕੀ ਕੀਤਾ ਵੀ ਇਹਨੂੰ ਹੁਣ ਕੀ ਕਰਿਆ ਜਾਵੇ, ਇਹਨੂੰ ਵਿਚਾਰਾ ਥੱਲੇ ਡਿੱਗ ਪਿਆ, ਇਹਨੂੰ ਤਾਂ ਕੋਈ ਬਿੱਲੀ ਬੁੱਲੀ ਜਾਂ ਕੋਈ ਖਾ ਜਾਏਗੀ, ਪਹਿਰਾ ਜਾਏਗਾ। ਤਾਂ ਫਿਰ ਉਹਨਾਂ ਨੇ ਉਹਨੂੰ ਚੱਕ ਕੇ ਉਹਦੇ ਆਲ੍ਹਣੇ ਵਿੱਚ ਰੱਖਣ ਦੀ ਤਰਕੀਬ ਸੋਚੀ। ਤੋ ਤਰਕੀਬ ਕੀ ਸੀ, ਤੁਹਾਨੂੰ ਕਹਾਣੀ ਦੇ ਵਿੱਚ ਆਪਾਂ ਦੱਸ ਹੀ ਦਿੱਤਾ ਹੈ, ਤੁਸੀਂ ਸਮਝ ਹੀ ਗਏ ਹੋਵੋਗੇ ਵੀ ਕੀ ਕੁਛ ਘਟਨਾ ਵਾਪਰੀ ਹੈ ਨਾ। ਤਾਂ ਉਹਨਾਂ ਨੇ ਸਕਸੈਸਫੁਲੀ ਉਸ ਨੂੰ ਉਹਦੀ ਥਾਂ 'ਤੇ ਪਹੁੰਚਾ ਦਿੱਤਾ ਅਤੇ ਬੜੇ ਖੁਸ਼ ਹੋਏ। ਪਰ ਮੇਜ਼ ਨੂੰ ਜਦੋਂ ਵਾਪਸ ਰੱਖਣ ਲੱਗੇ ਤਾਂ ਕੀ ਹੋਇਆ ਕਿ ਜੋ ਦਵਾਤ ਪਈ ਸੀ, ਦਵਾਤ ਪਹਿਲੇ ਟਾਈਮ ਦੇ ਵਿੱਚ, ਇਹ ਕਹਾਣੀ ਅੱਜ ਦੀ ਨਹੀਂ ਲਿਖੀ ਹੋਈ, ਬੜੇ ਪੁਰਾਣੇ ਟਾਈਮ ਦੀ ਹੈ। ਉਸ ਵੇਲੇ ਸਿਆਹੀ ਅਤੇ ਕਲਮ ਦੇ ਨਾਲ ਲਿਖਿਆ ਜਾਂਦਾ ਸੀ ਕਾਪੀ ਦੇ ਉੱਪਰ, ਅਤੇ ਦਵਾਤ ਯੂਜ਼ ਹੁੰਦੀ ਸੀ। ਇੰਕ ਪੈਨ ਹੋਇਆ ਕਰਦੇ ਸੀ ਪਹਿਲਾਂ, ਉਹਨਾਂ ਵਿੱਚ ਇੰਕ ਫਿਲ ਕਰੀਦੀ ਸੀ, ਫਿਰ ਲਿਖੀਦਾ ਸੀ, ਫਿਰ ਮੁੱਕ ਜਾਂਦੀ ਸੀ, ਫਿਰ ਫਿਲ ਕਰੀਦਾ ਸੀ, ਫਿਰ ਲਿਖੀਦਾ ਸੀ। ਸੋ ਮਾਸਟਰ ਜੀ ਦੀ ਜਿਹੜੀ ਦਵਾਤ ਸੀ ਟੇਬਲ ਦੇ ਉੱਪਰ ਪਈ ਹੋਈ, ਉਹ ਡਿੱਗ ਗਈ ਉਹਨਾਂ ਤੋਂ ਅਤੇ ਨੁਕਸਾਨ ਹੋ ਗਿਆ। ਦੇਖੋ ਸਾਰੇ ਕਾਗਜ਼ ਪੱਤਰ ਵੀ ਖਰਾਬ ਹੋ ਗਏ, ਅਤੇ ਗੁੱਸਾ ਤਾਂ ਮਾਸਟਰ ਜੀ ਨੂੰ ਆਉਣਾ ਸੁਭਾਵਿਕ ਸੀ। ਅਤੇ ਮੋਨੀਟਰ ਨੇ ਇਹ ਤਾਂ ਦੱਸਿਆ ਨਹੀਂ ਕਿ ਇਹ ਕਿਉਂ ਡਿੱਗੀ ਹੈ। ਇਹਨਾਂ ਨੇ ਸਿੱਧਾ ਆਰੋਪ ਲਗਾਤਾ ਵੀ ਇਹਨਾਂ ਤਿੰਨਾਂ ਨਹੀਂ ਡਿੱਗੀ ਹੈ, ਇਹਨਾਂ ਦੀ ਡਿਊਟੀ ਸੀ ਉਸ ਵੇਲੇ ਕਲਾਸ ਦੇ ਵਿੱਚ, ਰਿਸੈਸ ਦੀ, ਜਿਵੇਂ ਤੁਹਾਡੀ ਵੀ ਡਿਊਟੀ ਹੁੰਦੀ ਹੈ, ਕੁਝ ਬੱਚਿਆਂ ਦੀ ਹੁੰਦੀ ਹੈ ਨਾ ਡਿਊਟੀ ਰਿਸੈਸ ਦੇ ਵਿੱਚ। ਹਾਂ, ਇਸੇ ਤਰੀਕੇ ਉਹਨਾਂ ਦੀ ਵੀ ਡਿਊਟੀ ਸੀ ਅਤੇ ਮਾਸਟਰ ਜੀ ਨੂੰ ਗੁੱਸਾ ਸੀ ਅਤੇ ਉਹਨਾਂ ਨੇ ਪਹਿਲਾਂ ਤਾਂ ਲਗਾ ਦਿੱਤੀਆਂ ਉਹਨਾਂ ਦੇ, ਅਤੇ ਫਿਰ ਉਹ ਜਦੋਂ ਕਹਿੰਦੇ ਵੀ ਕਾਰਨ ਕੀ, ਕਿਉਂ ਡਿੱਗੀ, ਤੁਸੀਂ ਕਿਵੇਂ ਡਿੱਗੀ ਇਹ, ਤਾਂ ਉਹਨਾਂ ਨੇ ਜਦ ਦੱਸਿਆ ਤਾਂ ਮਾਸਟਰ ਜੀ ਨੂੰ ਲੱਗਿਆ ਵੀ ਇਹਨਾਂ ਨੇ ਤਾਂ ਬਹੁਤ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੰਗਾ ਕੰਮ ਕਰਦੇ ਹੋਏ, ਉਹ ਤੁਸੀਂ ਐਡ ਵੀ ਦੇਖੀ ਹੈ ਨਾ, ਅੱਛਾ ਕੰਮ ਕਰਤੇ ਹੋਏ ਅਗਰ दाग भी पड़ जाएं तो दाग अच्छे हैं, देखी है ना, टीवी ਦੇ ਉੱਪਰ ਆਉਂਦੀ ਹੈ, ਮੇਰੇ ਖਿਆਲ ਕਿਹਦੀ ਐਡ ਆ, ਸਰਫ ਐਕਸਲ ਦੀ ਹੈ ਸ਼ਾਇਦ, कि अच्छा काम करते हुए अगर दाग भी पड़ जाएं तो दाग अच्छे हैं। ਸੋ ਮਾਸਟਰ ਜੀ ਨੇ ਕਿਹਾ ਕਿ ਇਹਨਾਂ ਨੇ ਤਾਂ ਇੱਕ ਜੀਵ ਦੀ ਜਾਨ ਬਚਾਈ ਹੈ, ਉਹਨੂੰ ਛੋਟੇ ਜਿਹੇ ਬੱਚੇ ਨੂੰ ਆਪਦੇ ਪਰਿਵਾਰ ਨਾਲ ਮਿਲਾਇਆ, ਇਹਨਾਂ ਨੇ ਚੰਗਾ ਕੰਮ ਕੀਤਾ। ਉਹਨਾਂ ਨੇ ਮੋਨੀਟਰ ਦੇ ਜੋ ਦੋ ਜੜੀਆਂ ਬਾਅਦ ਦੇ ਵਿੱਚ ਫਿਰ ਇਹ ਤਾਂ ਪੂਰੀ ਗੱਲ ਤਾਂ ਦੱਸ ਦਿੰਦਾ, ਇਹਨਾਂ ਨੇ ਕਿਹੜਾ ਸ਼ਰਾਰਤਾਂ ਕਰਦੇ ਹੋਏ ਤੋੜੀ ਹੈ, ਚੰਗਾ ਕੰਮ ਕਰ ਰਹੇ ਸੀ, ਜੇ ਗਲਤੀ ਹੋ ਗਈ ਫਿਰ ਕੀ ਹੈ। ਸੋ ਇੰਨੀ ਕੁ ਸੀ ਆਪਣੀ ਕਹਾਣੀ, ਅਤੇ ਆਓ ਹੁਣ ਆਪਾਂ ਇਹਦਾ ਅਭਿਆਸ ਕਰ ਲਈਏ। ਸੋ ਅਭਿਆਸ ਦੇ ਵਿੱਚ ਪਹਿਲਾ ਪ੍ਰਸ਼ਨ ਹੈ, ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ। ਊੜਾ, ਅੱਧੀ ਛੁੱਟੀ ਵੇਲੇ ਖਾਣਾ ਕੌਣ ਖਾ ਰਹੇ ਸਨ? ਹਾਂਜੀ, ਪ੍ਰਕਾਸ਼, ਮਣੀਆਂ ਤੇ ਲੇਖਕ। ਮਾਸਟਰ ਜੀ ਦੀ ਕਿਹੜੀ ਚੀਜ਼ ਟੁੱਟ ਗਈ ਸੀ? ਬਿਲਕੁਲ ਸਹੀ ਸੋਚ ਰਹੇ ਹੋ ਤੁਸੀਂ, ਸਿਆਹੀ ਦੀ ਦਵਾਤ। ਬੱਚਿਆਂ ਨੇ ਬੋਟ ਨੂੰ ਕੀ ਕੀਤਾ? ਹਾਂ ਬਈ, ਕੀ ਕੀਤਾ ਸੀ? ਯੈਸ, ਉਹਨਾਂ ਨੇ ਬੋਟ ਨੂੰ ਚੁੱਕ ਕੇ ਬੜੇ ਐਫਰਟਸ ਲਗਾ ਕੇ, ਕੋਸ਼ਿਸ਼ ਕਰਕੇ ਉਹਦੇ ਵਾਪਸ ਆਲ੍ਹਣੇ ਵਿੱਚ ਪਹੁੰਚਾ ਦਿੱਤਾ। ਮਾਸਟਰ ਜੀ ਨੂੰ ਗੁੱਸਾ ਕਿਉਂ ਆਇਆ? ਦੱਸ ਸਕਦਾ ਹੈ ਕੋਈ? ਸੋਚੋ ਸੋਚੋ।
ਕੀ ਉਹਨਾਂ ਬੱਚਿਆਂ ਨੇ ਚੰਗਾ ਕੰਮ ਕੀਤਾ ਸੀ ਇਸ ਲਈ ਗੁੱਸਾ ਆਇਆ ਸੀ? ਨਹੀਂ, ਕਿਉਂਕਿ ਮਾਸਟਰ ਜੀ ਨੂੰ ਤਾਂ ਉਹਨਾਂ ਦੇ ਚੰਗੇ ਕੰਮ ਬਾਰੇ ਪਤਾ ਹੀ ਨਹੀਂ ਸੀ, ਉਹ ਤਾਂ ਬਾਅਦ ਵਿੱਚ ਪਤਾ ਲੱਗਿਆ। ਸੋ ਮਾਸਟਰ ਜੀ ਨੂੰ ਗੁੱਸਾ ਇਸ ਕਰਕੇ ਆਇਆ ਕਿ ਮਨੀਟਰ ਨੇ ਉਹਨਾਂ ਨੂੰ ਪੂਰੀ ਗੱਲ ਕਿਉਂ ਨਹੀਂ ਦੱਸੀ। तो अगला क्वेश्चन है, सही विकल्प चुनो। कमरे विच की टंगिया होया सी? डब्बे, फोटोआं या कैलेंडर? आलना किदे पिछे बनया होया सी? फोटो पिछे। तो क्लास विच की टंगिया होईयां सी? फोटोआं। मास्टर जी नूं पूरी गल किसने नहीं दसी? देखो मास्टर जी नूं गुस्सा आया सी, चंगे काम ते भी क्यों आया सी? क्योंकि उन्होंने पूरी गल दा पता नहीं सी। तो फस्ट इन्फॉर्मेशन किहने दित्ती सी? पहली इन्फॉर्मेशन बिल्कुल सही मॉनीटर ने दित्ती सी। अगला है, बच्चियां ने आलने विच की रखिया? रोटी, पानी, बोट? बिल्कुल बोट रखिया सी उन्होंने। बोट की हुंदा? चिड़ी दा बच्चा छोटा जिहा। अगे है, खाली थावां भरो। ठीक है, पहली है, सब नूं खुशी हुई कि असीं डैश कीता है, चंगा काम कीता है, असीं चंगा काम कीता है। डैश दी चींची दे शोर ने साडा ध्यान खिंच लिया। चिड़ियां दी चींची दे शोर ने। असीं डैश नूं आलणे विच रखण दी तरकीब सोचण लगे। किहनूं रखना सी बई? बोट नूं। मास्टर जी ने सानूं डैश दित्ती, शाबाश। उदों सानूं डैश लफ्ज़ दा मतलब नहीं सी पता, सॉरी। वाक बनाओ। हिम्मत, खुशी, बोट, आलणे, चिड़ियाँ, दावत। बच्चों इन्हां लफ्ज़ां दे तुसीं वाक बनाने ने। वाक बनाने का अर्थ की हुंदा है भी ऐसा सेंटेंस बनाना एक लाइन का, या एक लाइन का ही कोशिश करो बनाओ, तो उहदे विच ये वर्ड आना चाहिए जो शब्द दिता होया है। ठीक है, ये तुसीं आप खुद ट्राई करना है। अगे है व्याकरण। हेठां दिते शब्दां दे लिंग बदलो। तो चिड़ी का की बनेगा? चिड़ा। बच्चा का बच्ची। घोड़ी का घोड़ा। मुर्गा का मुर्गी। इत्थे आपां लिंग बदलने हैं, ध्यान रखना वचन नहीं बदलने। अगला प्रश्न है, विरोधी शब्द लिखो। विरोधी की हुंदे है? जिहड़े उल्ट, विपरीत होण। उपर दा थल्ले। ठीक है, उपर दा नीचे, उत्ते दा हुंदा थल्ले। भारी, हल्का, तकड़ा, कमजोर, बैठा, खड़ा, उतरना, चढ़ना। अगे है रचनात्मक कारज, क्रिएटिव राइटिंग। ये तुसी आप करना है जिवें तुहानूं समझ लगे। ਇਹਦੇ 'ਚ ਕਰਨਾ ਕੀ ਹੈ, ਆਪਣੇ ਆਲੇ ਦੁਆਲੇ ਰਹਿੰਦੇ 10 ਪੰਛੀਆਂ ਦੇ ਨਾਂ ਲਿਖੋ। ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰਨੀ ਹੈ, ਜਿੱਥੇ ਤੁਸੀਂ ਰਹਿੰਦੇ ਹੋ ਸਰਵੇ ਕਰਨਾ ਹੈ ਕਿ 10 ਅਲੱਗ-ਅਲੱਗ ਟਾਈਪ ਦੇ ਪੰਛੀ, ਚਲੋ ਜੇ 10 ਨਾਂ ਵੀ ਹੋਣ ਤਾਂ ਜੋ ਵੀ ਤੁਹਾਨੂੰ ਮਿਲਦੇ ਹੈ ਉਹਨਾਂ ਦੇ ਬਾਰੇ ਤੁਸੀਂ ਲਿਖਣਾ ਹੈ। ਦੂਜਾ, ਆਪਣੇ ਜੀਵਨ ਦੀ ਪੰਛੀਆਂ ਬਾਰੇ ਕੋਈ ਯਾਦ ਸਾਥੀਆਂ ਨੂੰ ਸੁਣਾਓ। ਜਿਵੇਂ ਇਸ ਚੈਪਟਰ ਦੇ ਵਿੱਚ, ਇਸ ਪਾਠ ਦੇ ਵਿੱਚ ਲੇਖਕ ਨੇ ਆਪਣੀ ਇੱਕ ਯਾਦ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਹੈ। ਇਸੇ ਤਰ੍ਹਾਂ ਤੁਸੀਂ ਆਪਣੇ ਸਾਥੀਆਂ ਨਾਲ ਕੋਈ ਆਪਣੀ ਐਸੀ ਘਟਨਾ ਜ਼ਿੰਦਗੀ ਦੀ ਸਾਂਝੀ ਕਰਨੀ ਹੈ, ਸੁਣਾਉਣੀ ਹੈ ਜੋ ਪੰਛੀਆਂ ਨਾਲ ਸੰਬੰਧਿਤ ਹੋਵੇ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸ ਪਾਠ ਸੰਬੰਧੀ, ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਦੇਣੇ ਨਾ ਭੁੱਲਿਓ। ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਾ ਕੇ ਦਰਜ ਕਰ ਸਕਦੇ ਹੋ। ਧੰਨਵਾਦ।